ਰਾਜਨੀਤੀ ਅਸਲ ਮਾਅਨਿਆਂ ਵਿੱਚ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ, ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦੀ ਹੈ। ਰਾਜਨੀਤੀ ਸਿਆਸਤਦਾਨਾਂ ਦੇ ਸਿਧਾਂਤਾਂ ਅਤੇ ਉਹਨਾਂ ਦੇ ਚੰਗੇ ਬੁਰੇ ਕਾਰਜਾਂ ਨੂੰ ਜਨਤਾ ਦੇ ਸਾਹਮਣੇ ਰੱਖਦੀ ਹੈ। ਕਿਸੇ ਵੀ ਦੇਸ਼ ਜਾਂ ਪ੍ਰਾਂਤ ਦੀ ਖੁਸ਼ਹਾਲੀ ਅਤੇ ਤਰੱਕੀ ਉਸ ਦੇਸ਼ ਦੇ ਸਿਆਸਤਦਾਨਾਂ ਦੇ ਰਾਜਨੀਤਿਕ ਗਿਆਨ ਅਤੇ ਰਾਜਨੀਤਿਕ ਸੂਝ-ਬੂਝ 'ਤੇ ਨਿਰਭਰ ਕਰਦੀ ਹੈ। ਭਾਰਤੀ ਰਾਜਨੀਤੀ ਵਿੱਚ ਸਿਆਸਤਦਾਨਾਂ ਲਈ ਕਿਸੇ ਵਿਦਿਅਕ ਯੋਗਤਾ ਜਾਂ ਪੈਮਾਨੇ ਦੇ ਨਾ ਹੋਣ ਕਾਰਨ ਇੱਥੋਂ ਦੀ ਰਾਜਨੀਤਿਕ ਵਿਵਸਥਾ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਘਾਟ ਹੈ। ਇਸ ਲਈ ਭਾਰਤ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਪਾਰਟੀ ਦਾ ਹਰੇਕ ਸਿਆਸੀ ਨੇਤਾ ਰਾਜਨੀਤਿਕ ਬਿਆਨ ਦੀ ਘੱਟੋ ਘੱਟ ਮੁੱਢਲੀ ਜਾਣਕਾਰੀ ਜ਼ਰੂਰ ਰੱਖਦਾ ਹੋਵੇ। ਯੂਰਪੀਅਨ ਮੁਲਕਾਂ ਦੇ ਮੁਕਾਬਲੇ ਭਾਰਤ ਦੀ ਮੌਜੂਦਾ ਰਾਜਨੀਤਿਕ ਪ੍ਰਣਾਲੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਦੇਖਣ ਨੂੰ ਮਿਲਦਾ ਹੈ। ਅੱਜ ਭਾਰਤ ਦੀ ਸਿਆਸਤ ਨੇ ਦੇਸ਼ ਦੀ ਸੰਵਿਧਾਨਕ ਅਤੇ ਨਿਆਂਇਕ ਪ੍ਰਣਾਲੀ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਿਆ ਹੋਇਆ ਹੈ। ਬਹੁਤੇ ਸਿਆਸਤਦਾਨ ਆਪਣੇ ਨਿੱਜੀ ਮੁਫਾਦਾਂ ਲਈ ਸਿਆਸਤ ਵਿੱਚ ਆ ਰਹੇ ਹਨ, ਨਾ ਕਿ ਦੇਸ਼ ਸੇਵਾ ਲਈ। ਇਹਨਾਂ ਵੱਲੋਂ ਗੈਂਗਸਟਰਾਂ ਰਾਹੀਂ ਸਮਾਜ ਵਿੱਚ ਨਸ਼ਿਆਂ, ਹਥਿਆਰਾਂ ਅਤੇ ਗੈਰ ਸਮਾਜਿਕ ਅਤੇ ਗੈਰ ਕਾਨੂੰਨੀ ਕਾਰੋਬਾਰ ਸਥਾਪਿਤ ਕਰਕੇ ਸਮਾਜ ਨੂੰ ਗੰਧਲਾ ਕੀਤਾ ਹੋਇਆ ਹੈ। ਅੱਜ ਭਾਰਤ ਦਾ ਰਾਜਨੀਤਿਕ ਸਿਸਟਮ ਆਪਣੀਆਂ ਸਾਰੀਆਂ ਹੱਦਾਂ ਅਤੇ ਸੀਮਾਵਾਂ ਪਾਰ ਕਰ ਚੁੱਕਾ ਦਿਖਾਈ ਦੇ ਰਿਹਾ ਹੈ। ਵੋਟਾਂ ਲੈਣ ਖਾਤਰ ਦੇਸ਼ ਅੰਦਰ ਧਾਰਮਿਕ ਦੰਗੇ ਫਸਾਦ ਕਰਵਾ ਕੇ ਭੋਲੀ ਭਾਲੀ ਜਨਤਾ ਨੂੰ ਭੜਕਾਉਣਾ, ਲੜਾਉਣਾ ਅਤੇ ਮਰਵਾਉਣਾ ਆਮ ਗੱਲ ਹੋ ਚੁੱਕੀ ਹੈ। ਵੋਟਾਂ ਮਗਰੋਂ ਨਵੇਂ ਚੁਣੇ ਵਿਧਾਇਕਾਂ ਅਤੇ ਸਾਂਸਦਾਂ ਦੀ ਪਸ਼ੂਆਂ ਵਾਂਗ ਮੰਡੀ ਲਗਾ ਕੇ ਕਰੋੜਾਂ ਵਿੱਚ ਖਰੀਦੋ ਫਰੋਖਤ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਅਗਲੇ 5 ਸਾਲਾਂ ਲਈ ਪਾਲਤੂ ਬਣਾ ਕੇ ਆਪਣੇ ਕਿੱਲੇ 'ਤੇ ਬੰਨ੍ਹ ਲਿਆ ਜਾਂਦਾ ਹੈ। ਸਰਕਾਰ ਵਿੱਚ ਵਿਰੋਧੀ ਧਿਰ ਸਦਾ ਹੀ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ। ਜੇਕਰ ਕਦੇ ਸਰਕਾਰ ਦੇਸ਼ ਦੀ ਜਨਤਾ ਜਾਂ ਦੇਸ਼ ਦੇ ਵਿਰੁੱਧ ਕੋਈ ਕਾਨੂੰਨ ਘੜਦੀ ਹੈ ਜਾਂ ਲੋਕ ਵਿਰੋਧੀ ਫੈਸਲਾ ਲੈਂਦੀ ਹੈ ਤਾਂ ਵਿਰੋਧੀ ਧਿਰ ਹੀ ਅਜਿਹੇ ਸਮੇਂ ਦੇਸ਼ ਜਾਂ ਜਨਤਾ ਦੇ ਹਿੱਤਾਂ ਖਾਤਰ ਸਰਕਾਰ ਵਿਰੁੱਧ ਆਵਾਜ਼ ਉਠਾਉਂਦੀ ਹੈ। ਪਰ ਭਾਰਤ ਦੀ ਅਜੋਕੀ ਰਾਜਨੀਤਿਕ ਵਿਵਸਥਾ ਵਿੱਚ ਸੱਤਾ 'ਚ ਆਉਣ ਦੇ ਨਾਲ ਨਾਲ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਣ ਲੱਗਾ ਹੈ ਕਿ ਵਿਰੋਧੀ ਧਿਰ ਨੂੰ ਖਤਮ ਹੀ ਕਰ ਦਿੱਤਾ ਜਾਵੇ ਜਾਂ ਕੁੱਟ ਕੇ ਦਬਾ ਕੇ ਰੱਖਿਆ ਜਾਵੇ। ਇਸ ਦਾ ਸਿੱਟਾ ਸਭ ਦੇ ਸਾਹਮਣੇ ਹੈ ਕਿ ਵਿਰੋਧੀਆਂ ਦੇ ਕਿਸੇ ਵੀ ਸਵਾਲ ਦੀ ਜਵਾਬਦੇਹੀ ਤੋਂ ਕਿਨਾਰਾਕਸ਼ੀ ਕਰਨ ਲਈ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਉਲਝਾਇਆ ਜਾਂਦਾ ਹੈ ਜਾਂ ਝੂਠੇ ਕੇਸ ਪਾ ਕੇ ਜੇਲ੍ਹ ਦੀ ਹਵਾ ਖਵਾਈ ਜਾਂਦੀ ਹੈ। ਇਸ ਤਰ੍ਹਾਂ ਸੱਤਾਧਾਰੀ ਧਿਰ ਵੱਲੋਂ ਲੋਕ ਪੱਖੀ ਨਾ ਹੋ ਕੇ ਅਜਿਹੀਆਂ ਮਨਮਰਜ਼ੀਆਂ ਕਰਨੀਆਂ ਰਾਸ਼ਟਰੀ ਅਤੇ ਲੋਕ ਹਿੱਤਾਂ ਦੇ ਵਿਰੁੱਧ ਹਨ। ਵਿਦੇਸ਼ਾਂ ਵਿੱਚ ਕਾਰਪੋਰੇਟ ਸਿਸਟਮ ਉੱਥੋਂ ਦੇ ਰਾਜਨੀਤਿਕ ਸਿਸਟਮ ਨੂੰ ਪ੍ਰਭਾਵਿਤ ਨਹੀਂ ਕਰਦਾ, ਪਰ ਇਸ ਦੇ ਉਲਟ ਭਾਰਤ ਵਿੱਚ ਕਾਰਪੋਰੇਟ ਸਿਸਟਮ ਨੇ ਭਾਰਤ ਦੀ ਰਾਜਨੀਤਿਕ ਵਿਵਸਥਾ ਨੂੰ ਬਦਲ ਕੇ ਰੱਖ ਦਿੱਤਾ ਹੈ। ਅੱਜ ਭਾਰਤ ਵਿੱਚ ਕਾਰਪੋਰੇਟਰਾਂ ਅਤੇ ਸਿਆਸਤਦਾਨਾਂ ਦਾ 9 ਮਾਸ ਦਾ ਰਿਸ਼ਤਾ ਹੈ। ਇੱਥੇ ਕਾਰਪੋਰੇਟਰਾਂ ਵੱਲੋਂ ਪਹਿਲਾਂ ਪੈਸਾ ਲਗਾ ਕੇ ਸਰਕਾਰਾਂ ਬਣਾਈਆਂ ਜਾਂਦੀਆਂ ਹਨ ਅਤੇ ਮਗਰੋਂ ਸਰਕਾਰ ਤੋਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਆਪਣੇ ਅਨੁਸਾਰ ਮਨਮਰਜ਼ੀ ਦੇ ਕਾਨੂੰਨ ਪਾਸ ਕਰਵਾਏ ਜਾਂਦੇ ਹਨ। ਇਹਨਾਂ ਕਾਨੂੰਨਾਂ ਦੀ ਆੜ ਹੇਠ ਫਿਰ ਸਰਕਾਰੀ ਅਦਾਰਿਆਂ ਵਿੱਚ ਪੂੰਜੀ ਨਿਵੇਸ਼ ਕਰਕੇ ਜਨਤਾ ਦੀਆਂ ਜੇਬਾਂ ਉੱਤੇ ਡਾਕੇ ਮਾਰਨ ਦਾ ਹਮੇਸ਼ਾ ਲਈ ਪੱਕਾ ਪ੍ਰਬੰਧ ਕਰ ਲਿਆ ਜਾਂਦਾ ਹੈ। ਜੇਕਰ ਦੇਸ਼ ਦੀ ਜਨਤਾ ਇਸ ਦਾ ਖੁੱਲ੍ਹ ਕੇ ਵਿਰੋਧ ਕਰਦੀ ਹੈ ਤਾਂ ਇਹ ਕਾਰਪੋਰੇਟਰ ਆਪਣੇ ਭਾਈਵਾਲ ਸਿਆਸਤਦਾਨਾਂ ਦੀ ਮਦਦ ਨਾਲ ਸਰਕਾਰੀ ਤੰਤਰ ਦੀ ਸਖਤੀ ਨਾਲ ਲੋਕਾਂ ਦੀ ਆਵਾਜ਼ ਦਬਾਉਣ ਦਾ ਹਰ ਹੀਲਾ ਵਸੀਲਾ ਕਰਨ ਦਾ ਯਤਨ ਕਰਦੇ ਹਨ। ਸੋਸ਼ਲ ਮੀਡੀਆ ਦੀ ਆਮਦ ਨੇ ਭਾਰਤੀ ਰਾਜਨੀਤੀ ਦੇ ਪ੍ਰਸਾਰ ਅਤੇ ਪ੍ਰਚਾਰ ਵਿੱਚ ਜਿੱਥੇ ਵੱਡੀ ਕ੍ਰਾਂਤੀ ਲਿਆਂਦੀ ਹੈ, ਉੱਥੇ ਇਸ ਨੇ ਦੇਸ਼ ਦੀ ਰਾਜਨੀਤਿਕ ਵਿਵਸਥਾ ਵਿੱਚ ਵੱਡੀ ਗਿਰਾਵਟ ਲਿਆਂਦੀ ਹੈ। ਅੱਜ ਰਾਜਨੀਤਿਕ ਲੀਡਰਾਂ ਨੂੰ ਟਵੀਟੋ ਟਵੀਟੀ ਹੋ ਕੇ ਸ਼ੌਂਕਣਾਂ ਵਾਂਗ ਨਿੱਤ ਮਿਹਣੋ ਮਿਹਣੀ ਹੁੰਦਿਆਂ ਆਮ ਦੇਖਿਆ ਜਾ ਸਕਦਾ ਹੈ। ਅੱਜ ਇੱਥੋਂ ਦੀ ਰਾਜਨੀਤੀ ਇਸ ਹੱਦ ਤੱਕ ਹੇਠਲੇ ਪੱਧਰ 'ਤੇ ਜਾ ਪੁੱਜੀ ਹੈ ਕਿ ਹੁਣ ਸਿਆਸਤਦਾਨ ਆਪਣੇ ਵਿਰੋਧੀਆਂ ਨੂੰ ਗਲਤ ਅਤੇ ਝੂਠਾ ਸਾਬਤ ਕਰਨ ਲਈ ਉਸ ਦੀ ਨਿੱਜੀ ਜ਼ਿੰਦਗੀ ਵਾਇਰਲ ਕਰਨ ਵਿੱਚ ਵੀ ਸ਼ਰਮ ਜਾਂ ਸੰਕੋਚ ਮਹਿਸੂਸ ਨਹੀਂ ਕਰਦਾ। ਦੂਸਰੇ ਮੁਲਕਾਂ ਦੇ ਸਦਨ ਦੀਆਂ ਬੈਠਕਾਂ ਦੇਖ ਕੇ ਭਾਰਤੀ ਸਿਆਸਤਦਾਨ ਭਲੀ ਭਾਂਤੀ ਇਹ ਅੰਦਾਜ਼ਾ ਲਗਾ ਸਕਦੇ ਹਨ ਕਿ ਉਹ ਆਪਣੇ ਦੇਸ਼ ਦੇ ਸਮੂਹ ਸਦਨਾਂ ਦੇ ਮਾਣ ਅਤੇ ਮਰਿਆਦਾ ਪ੍ਰਤੀ ਕਿੰਨੇ ਕੁ ਆਗਿਆਕਾਰੀ, ਸ਼ਰਧਾਵਾਨ ਅਤੇ ਨਿਸ਼ਠਾਵਾਨ ਹਨ। ਇਹਨਾਂ ਸਮੂਹ ਸਿਆਸਤਦਾਨਾਂ ਨੂੰ ਉਹਨਾਂ ਦੂਸਰੇ ਸਭ ਮੁਲਕਾਂ ਦੇ ਸਿਆਸਤਦਾਨਾਂ ਤੋਂ ਇਹ ਸਬਕ ਸਿੱਖਣ ਦੀ ਜ਼ਰੂਰਤ ਹੈ ਕਿ ਉਹ ਆਪਣੇ ਮੁਲਕਾਂ
ਅਤੇ ਆਪਣੇ ਲੋਕਾਂ ਦੀ ਸੇਵਾ ਪ੍ਰਤੀ ਇੰਨੇ ਇਮਾਨਦਾਰ ਕਿਉਂ ਹਨ ਕਿ ਉਹ ਸੱਤਾ ਦੀ ਕੁਰਸੀ 'ਤੇ ਬੈਠਦਿਆਂ ਹੀ ਲੋਕਾਂ ਨਾਲ ਕੀਤੇ ਵਾਅਦੇ ਕਿਉਂ ਯਾਦ ਰੱਖਦੇ ਹਨ ਕਿ ਉਹ ਸੱਤਾ ਵਿੱਚ ਰਹਿੰਦਿਆਂ ਸਰਕਾਰੀ ਮਸ਼ੀਨਰੀ ਦਾ ਉਪਯੋਗ ਕਰਨ ਦੀ ਬਜਾਏ ਆਪਣੇ ਨਿੱਜੀ ਸਾਧਨਾਂ ਤੱਕ ਹੀ ਸੀਮਤ ਕਿਵੇਂ ਰਹਿੰਦੇ ਹਨ ਕਿ ਉਹਨਾਂ ਨੂੰ ਵੋਟਾਂ ਲੈਣ ਪਿੱਛੋਂ ਆਪਣੇ ਵੋਟਰਾਂ ਦੇ ਰੋਹ ਦਾ ਸ਼ਿਕਾਰ ਕਿਉਂ ਨਹੀਂ ਹੋਣਾ ਪੈਂਦਾ ਕਿ ਉਹਨਾਂ ਦੇ ਸਿਆਸਤਦਾਨ ਵੀ ਜੇਲ੍ਹਾਂ ਵਿੱਚ ਬੈਠੇ ਵੋਟਾਂ ਰਾਹੀਂ ਭਾਰੀ ਬਹੁਮਤ ਨਾਲ ਕਿਉਂ ਨਹੀਂ ਜਿੱਤਦੇ। ਉਪਰੋਕਤ ਸਵਾਲ ਭਾਰਤ ਦੀ ਜਨਤਾ ਨੂੰ ਵੀ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਰਨੇ ਬਣਦੇ ਹਨ ਕਿਉਂਕਿ ਤੁਸੀਂ ਹੀ ਉਹਨਾਂ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਨਾਲ ਸੱਤਾ ਦਾ ਸਿੰਘਾਸਣ ਸੌਂਪਿਆ ਹੈ। ਜੇਕਰ ਉਹ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਹਨ ਜਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣਾ ਮੁਨਾਸਬ ਨਹੀਂ ਸਮਝਦੇ ਤਾਂ ਤੁਸੀਂ ਉਹਨਾਂ ਸਭਨਾਂ ਨੂੰ ਆਪਣੇ ਹੱਥੀਂ ਸੌਂਪੇ ਸੱਤਾ ਦੇ ਸਿੰਘਾਸਣ ਉਹਨਾਂ ਹੇਠੋਂ ਖਿਸਕਾਉਣ ਦਾ ਵੀ ਕਾਨੂੰਨੀ ਹੱਕ ਰੱਖਦੇ ਹੋ।